ਧੰਨ ਵਾਹਿਗੁਰੂ ਸਾਹਿਬ ਜੀ। ਹਰ ਜੇਠ ਜੁੜੰਦਾ ਲੋੜੀਐ, ਜਿਸ ਅੱਗੇ ਸਭ ਨਿਵੰਨ। ਹਰ ਸਜਣ ਦਾਵਣ ਲੱਗਿਆ, ਕਿਸੈ ਨਾ ਦੇਈ ਬੰਨ। ਮਾਣਕ ਮੋਤੀ ਨਾਮ ਪ੍ਰਭ, ਉਨ ਲੱਗੈ ਨਾਹੀ ਸੰਨ। ਰੰਗ ਸਭੇ ਨਾਰਾਇਣੈ, ਜੇਤੇ ਮਨ ਭਾਵਨ। ਜੋ ਹਰ ਲੋੜੇ ਸੋ ਕਰੇ, ਸੋਈ ਜੀਅ ਕਰੰਨ। ਜੋ ਪ੍ਰਭ ਕੀਤੇ ਆਪਣੇ, ਸੇ ਕਹੀਐ ਧੰਨ। ਆਪਣ ਲਿਆ ਜੇ ਮਿਲੈ, ਵਿਛੜ ਕਿਉ ਰੋਵਨ। ਸਾਧੂ ਸੰਗ ਪੁਰਾਪਤੇ, ਨਾਨਕ ਰੰਗ ਮਾਣਨ। ਹਰ ਜੇਠ ਰੰਗੀਲਾ ਤਿਸ ਧਣੀ, ਜਿਸ ਕੈ ਭਾਗ ਮਥਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਸਤਿਗੁਰਾਂ ਨੇ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਕੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦੀ ਸ਼ਰਨ ਦੇ ਵਿੱਚ ਬੈਠ ਕਰਕੇ ਆਪਾਂ ਸਾਰਿਆਂ ਨੇ ਸਤਿਗੁਰੂ ਜੀ ਦੀ ਵਡਿਆਈ ਕਰਨੀ ਹੈ। ਗੁਰੂ ਪਾਤਸ਼ਾਹ ਆਪ ਰਹਿਮਤ ਕਰਕੇ ਆਪਣੀ ਵਡਿਆਈ ਨੂੰ ਕਰਵਾ ਲੈਣ। ਹਉ ਆਪਹੁ ਬੋਲ ਨਾ ਜਾਣਦਾ, ਗੁਰ ਕਹਿ ਆਸਾ ਹੁਕਮਾਓ ਜੀਓ। ਸਤਿਗੁਰੂ ਆਪਣਾ ਹੁਕਮ ਰਹਿਮਤ ਬਖਸ਼ਿਸ਼ ਕਰਨ, ਜਿਸ ਦਾ ਦੁਆਰਾ ਸਾਨੂੰ ਗੁਰੂ ਦੇ ਸੋਹਣੇ ਬੋਲ ਪੜ੍ਹਨੇ ਆ ਜਾਣ, ਸੁਣਨੇ ਆ ਜਾਣ, ਵਿਚਾਰ ਕਰਨੇ ਆ ਜਾਵੇ। ਆਪਾਂ ਅੱਜ ਵਿਚਾਰ ਕਰਾਂਗੇ 12 ਮਹਾਮਾਝ ਮਹੱਲਾ ਪੰਜਵਾਂ ਘਰ ਚੌਥਾ ਦੇ ਵਿੱਚ ਜੋ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਾਣੀ ਉਚਾਰਨ ਕੀਤੀ ਹੈ, ਉਹਦੇ ਵਿੱਚੋਂ ਇੱਕ ਪੌੜੀ ਭਾਵ ਕਿ ਜੇਠ ਦਾ ਮਹੀਨਾ, ਇਸ ਦੇ ਬਾਰੇ ਆਪਾਂ ਵਿਚਾਰ ਕਰਾਂਗੇ। ਸਤਿਗੁਰੂ ਕਿਰਪਾ ਕਰਨ, ਆਪਣੀ ਵਡਿਆਈ ਨੂੰ ਸਾਡੇ ਦਾਸਰਿਆਂ ਕੋਲੋਂ ਆਪ ਕਰਵਾ ਲੈਣ, ਸਿਰ ਤੇ ਮੇਰਾਂ ਦਾ ਹੱਥ ਰੱਖ ਕੇ। ਪਾਤਸ਼ਾਹ ਜੀ ਦੇ ਪਾਵਨ ਬੋਲ ਹਨ, ਹਰ ਜੇਠ ਜੁੜੰਦਾ ਲੋੜੀ ਹੈ, ਜਿਸ ਅੱਗੇ ਸਭ ਨਿਵਨ। ਪਰਮੇਸ਼ਰ ਜਿਹੜਾ ਹੈ ਉਹ ਸਭ ਤੋਂ ਵੱਡਾ ਹੈ। ਜਿਸ ਹਰੀ ਦੇ ਅੱਗੇ ਸਾਰੇ ਜੀਵ ਨਿਉਂਦੇ ਹੈ। ਗੁਰੂ ਪਾਤਸ਼ਾਹ ਜੀ ਦੇ ਬਚਨ ਹੈ ਕਿ ਅਸੀਂ ਉਸ ਵੱਡੇ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਦੇ ਅੱਗੇ ਅਸੀਂ ਵੀ ਨਿਉਈਏ, ਜੁੜ ਜਾਈਏ। ਸਾਨੂੰ ਬਹੁਤਿਆਂ ਥਾਵਾਂ ਤੇ
ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਸਾਹਿਬ ਜੀ ਦੇ ਅੱਗੇ ਨਿਉਣਾ, ਗੁਰੂ ਸਾਹਿਬ ਨੂੰ ਮੰਨਣਾ, ਜੀਵਨ ਵਿੱਚ ਧਾਰਨ ਕਰਨਾ, ਇਹ ਸ਼ਬਦ ਸਾਨੂੰ ਵਾਰ-ਵਾਰ ਸਾਡੇ ਸਤਿਗੁਰਾਂ ਨੇ, ਗੁਰੂ ਸਾਹਿਬ ਜੀ ਦੇ ਪਿਆਰੇ ਭਗਤਾਂ ਨੇ, ਸਿੱਖਾਂ ਨੇ, ਭੱਟਾਂ ਨੇ ਵਾਹਿਗੁਰੂ ਅੱਗੇ ਨਿਉਣ ਦਾ ਹੀ ਉਪਦੇਸ਼ ਦਿੱਤਾ ਹੈ। ਜੁੜ ਜਾਣਾ, ਗੁਰੂ ਦੇ ਬਚਨਾਂ ਨੂੰ ਜੀਵਨ ਵਿੱਚ ਕਮਾ ਲੈਣਾ, ਇਸ ਵੱਡੇ ਪ੍ਰਮਾਤਮਾ ਪਾਰ ਬ੍ਰਹਮ ਪਰਮੇਸ਼ਰ ਦੇ ਅੱਗੇ ਨਿਉਣ ਦੀ ਮਹਾਨਤਾ ਜੋ ਸਤਿਗੁਰਾਂ ਨੇ ਸਾਨੂੰ ਦਰਸਾਈ ਹੈ, ਉਹ ਕਿਉਂ ਹੈ? ਅਸੀਂ ਕਿਉਂ ਨਿਉਣਾ ਹੈ? ਕਿਉਂ ਸਾਡੇ ਸਤਿਗੁਰੂ ਨੇ ਇਹ ਸਾਨੂੰ ਵਾਰ-ਵਾਰ ਉਸ ਰੱਬ ਨਾਲ, ਉਸ ਨੂੰ ਵੱਡਾ ਕਹਿ ਕੇ ਹੀ ਪੁਕਾਰਿਆ ਹੈ? ਉਸ ਵੱਲ ਹੀ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਇਸ਼ਾਰਾ ਕਰਕੇ ਸਮਝਾਉਂਦੇ ਹੈ। ਇਸ ਦਾ ਮਹਾਤਮ ਜੁੜਨ ਦਾ ਕੀ ਹੋਇਆ? ਸਪਸ਼ਟ ਹੁੰਦਾ ਹੈ ਜਦੋਂ ਅਸੀਂ ਗੁਰੂ ਦੀ ਵਿਚਾਰ ਵਿੱਚ ਜੁੜਦੇ ਹਾਂ। ਭਾਵ ਕਿ ਕੁਦਰਤ ਦਾ ਬਾਣੀ ਦੇ ਵਿੱਚ, ਬਾਣੀ ਦੇ ਸਿਰਲੇਖ ਵਿੱਚ, ਉਸ ਬਾਣੀ ਦੇ ਰਾਹੀਂ ਉਸ ਰੱਬ ਦੀ ਬੰਦਗੀ, ਰੱਬ ਦੀ ਇਬਾਦਤ ਜਿਹੜੀ ਹੈ, ਉਸ ਰੱਬ ਦੀ ਕਾਨੂੰਨੀ ਸਲਾਹ ਨੂੰ ਮੰਨਣ ਵਾਸਤੇ ਹੀ ਇਸ ਜੀਵ ਨੂੰ ਗੁਰੂ ਸਾਹਿਬ ਜੀ ਨੇ ਇਸ ਬੰਨੇ ਤੋਰਿਆ ਹੈ। ਤੂੰ ਜੇ ਰੱਬ ਦੀ ਕੁਦਰਤ ਨੂੰ, ਰੱਬ ਦੇ ਕਾਨੂੰਨ ਨੂੰ ਭਾਈ ਮੰਨਦਾ ਹੈ, ਤੇ ਉਹ ਰੱਬ ਜਿਹੜਾ ਹੈ, ਜੇ ਉਸ ਦੇ ਅੱਗੇ ਨਿਉ ਜਾਣਾ ਹੈ ਨਾ, ਤੇ ਤੇਰੇ ਅੰਦਰ ਉਹ ਇਹੋ ਜਿਹਾ ਜਜ਼ਬਾ ਪੈਦਾ ਕਰ ਦਿੰਦਾ ਹੈ ਕਿ ਤੈਨੂੰ ਬਾਹਰੀ ਤੌਰ ਤੇ ਕੋਈ ਸੱਟ ਜਿਹੜੀ ਆ ਉਹ ਨਹੀਂ ਵੱਜਣ ਦੇਵੇਗਾ, ਤੈਨੂੰ ਬਚਾਵੇਗਾ। ਇਖਲਾਕੀ ਗਿਰਾਵਟ ਤੋਂ ਬਚਣ ਲਈ ਤੇਰਾ ਫਰਜ਼ ਆਪਣਾ ਬਣਦਾ ਹੈ ਕਿ ਤੂੰ ਗੁਰੂ ਦੇ ਚਰਨਾਂ ਦੇ ਵਿੱਚ ਡਿੱਗ ਪਾ, ਤੂੰ ਜੁੜ ਜਾ, ਉਹਦੇ ਅੱਗੇ ਨਿਉ ਜਾ, ਤੂੰ ਬਚਣਾ ਚਾਹੁੰਦਾ। ਸਾਡੀ ਸਾਰਿਆਂ ਦੀ ਖੇਡ ਇਹ ਹੈ ਕਿ ਅਸੀਂ ਦੁੱਖਾਂ ਤੋਂ ਬਚੀਏ, ਅਸੀਂ ਸੁੱਖਾਂ ਦੀ ਦੁਨੀਆ ਵਿੱਚ ਆਈਏ, ਸੁੱਖਾਂ ਦੀ ਜ਼ਿੰਦਗੀ ਹੰਡਾਈਏ, ਸਾਡਾ ਪਰਿਵਾਰ, ਸਾਡਾ ਘਰ ਬਾਹਰ ਮਾਲੋ ਮਾਲ ਹੋ ਜਾਵੇ। ਤੇ ਗੁਰੂ ਸਾਹਿਬ ਕਹਿੰਦੇ ਜੇ ਤੂੰ ਸਾਰੇ ਸੁੱਖ ਚਾਹੁੰਦਾ ਹੈ, ਸਮਾਜ ਵਿੱਚ ਉੱਚਾ, ਧਨਾੜ, ਤੰਦਰੁਸਤ ਤੇ ਵਿਕਾਰਾਂ ਤੋਂ ਵੀ ਬਚਣਾ ਚਾਹੁੰਦਾ ਹੈ, ਤੇ ਆਨੰਦ ਵੀ ਦੁਨੀਆ ਦੇ ਮਾਣਨਾ ਚਾਹੁੰਦਾ ਹੈ, ਤੇ ਫਿਰ ਜਿਹੜਾ ਵੱਡਾ ਭਾਵ ਕਿ ਜੇਠ ਦੇ ਮਹੀਨੇ ਦੀ ਉਦਾਹਰਨ ਹੈ ਕਿ ਉਹ ਵੱਡਾ ਹੈ। ਜਿਵੇਂ ਪਰਿਵਾਰ ਵਿੱਚ ਵੀ ਜਿਹੜਾ ਸਾਰਿਆਂ ਨਾਲੋਂ ਵੱਡਾ ਹੋਵੇ ਉਹਨੂੰ ਜੇਠਾ ਮੰਨਿਆ ਜਾਂਦਾ। ਇਸ ਕਰਕੇ ਵੱਡੇ ਨੂੰ ਜੇਠਾ ਮੰਨਿਆ ਜਾਂਦਾ ਹੈ ਤੇ ਉਹਨੂੰ ਜੇਠ ਸ਼ਬਦ ਦੇ ਨਾਲ ਵੀ ਉਚਾਰਿਆ ਜਾਂਦਾ ਹੈ। ਤੇ ਇਸ ਮਹੀਨੇ ਤੋਂ ਅਸੀਂ ਆਪਣੇ ਜੀਵਨ ਨੂੰ ਘੋਖਣਾ ਹੈ ਕਿ ਜੀਵਨ ਵਾਲੇ ਬੰਨੇ ਇਸ ਮਹੀਨੇ ਦੀ ਮਹੱਤਤਾ ਜਾਂਦੀ ਹੈ ਕਿ ਜੇ ਤੂੰ ਉਸ ਰੱਬ ਦੇ ਨਾਲ ਜੁੜ ਜਾਵੇਂਗਾ ਤੇ ਉਸ ਪਰਮੇਸ਼ਰ ਦੀ ਇੱਕ ਫਿਕਰਤ ਹੈ ਕਿ ਉਹ ਤੇਰੀ ਅਖਲਾਕੀ ਗਿਰਾਵਟ ਤੋਂ ਤੈਨੂੰ ਬਚਾ ਲਵੇਗਾ, ਪਰ ਤਾਣ ਤੈਨੂੰ ਕਰਨਾ ਪੈਣਾ। ਗੁਣ ਦਾ ਸਦਾ ਗਾਹਕ ਬਣੇ ਰਹਿਣਾ, ਆਪਣੇ ਵਿੱਚ ਉਹ ਗੁਣ ਉਤਪੰਨ ਕਰਨ ਦਾ ਯਤਨ ਕਰਨਾ, ਹਰ ਖੁਸ਼ੀ ਦੀ ਪ੍ਰਭੂ ਤੋਂ ਮੰਗ ਕਰਨਾ, ਤੇ ਉਸ ਦੀ ਖੁਸ਼ੀ ਪਵਿੱਤਰ ਜੀਵਨ ਜਾਣ ਨਾਲ ਹੀ ਹੁੰਦੀ ਹੈ। ਭਾਵ ਪਵਿੱਤਰ ਜੀਵਨ ਹੋਵੇ ਤੇ ਤਾਂ ਹੀ ਉਸ ਦੀ ਖੁਸ਼ੀ ਦਾ ਆਨੰਦ ਮਨੁੱਖ ਮਾਣ ਸਕਦਾ ਹੈ, ਉਸ ਦੀਆਂ ਰਹਿਮਤਾਂ ਨੂੰ ਕਬੂਲ ਸਕਦਾ ਹੈ। ਇਖਲਾਕੀ ਗਿਰਾਵਟ, ਕਿਸੇ ਹੋਰ ਮਨੁੱਖ ਦੀ ਮੁਤਾਜਗੀ ਨਾ ਕਰਨੀ, ਕਿਸੇ ਹੋਰ ਅੱਗੇ ਨਿਉਣਾ ਨਾ, ਮਾਇਕ ਪਦਾਰਥਾਂ ਵਾਸਤੇ, ਮਾਇਆ ਦੇ ਪਿੱਛੇ, ਹੋਰ ਧਨ ਪਿੱਛੇ ਕਿਸੇ ਪ੍ਰਕਾਰ ਦੀ ਮਦਦ ਮੰਗਣ ਵਾਸਤੇ ਦੁਨੀਆਦਾਰੀ ਦੇ ਕਿਸੇ ਹੋਰ ਮਨੁੱਖ ਅੱਗੇ ਹੱਥ ਨਾ ਅੱਡਣੇ। ਭਗਤ ਕਬੀਰ ਜੀ ਬਚਨ ਕਰਦੇ ਨੇ, ਮੰਗੋ ਕਾਹੇ ਰੰਕ ਸਭ ਦੇਖੋ ਤੁਮ ਹੀ ਤੇ ਮੇਰੋ ਨਿਸਤਾਰ, ਜੈ ਦਿਓ ਨਾਮਾ ਵਿਪ ਸਦਾਮਾ ਤਿਨ ਕੋ ਕਿਰਪਾ ਪਈ ਹੈ ਅਪਾਰ, ਕਹੇ ਕਬੀਰ ਤੁਮ ਸਮਰੱਥ ਦਾਤੇ ਚਾਰ ਪਦਾਰਥ ਦੇਤ ਨਾ ਬਾਰ।
ਜਿਹੜੇ ਗੁਰੂ ਨਾਲ ਜੁੜ ਕੇ ਗੁਰੂ ਅੱਗੇ ਨਿਉਗੇ ਭਾਵਨਾ ਬਣ ਗਈ। ਉਹਨਾਂ ਦਾ ਇਖਲਾਕੀ ਜੀਵਨ ਐਸਾ ਹੈ, ਉਹਨਾਂ ਰੱਬ ਦੇ ਪਿਆਰਿਆਂ ਗੁਰਸਿੱਖਾਂ ਨੇ, ਭਗਤਾਂ ਨੇ ਇਸ ਸੰਸਾਰ ਵੱਲ ਇਸ਼ਾਰਾ ਕਰਦਿਆਂ ਆਖਿਆ ਕਿ ਤੇ ਆਪ ਕੰਗਾਲ ਲੋਕ ਨੇ ਤੇ ਆਪ ਦਰ ਦਰ ਦੇ ਮੰਗਤੇ ਫਿਰਦੇ ਨੇ, 2-2 ਟੱਕਿਆਂ ਦੇ ਪਿੱਛੇ ਠੱਗੀਆਂ, ਝੂਠ ਤੇ ਮੂੰਹ ਗੰਦਾ ਕਰਦੇ ਨੇ। ਮੈਂ ਇਹਨਾਂ ਤੋਂ ਨਹੀਂ ਹੂੰ ਪ੍ਰਮਾਤਮਾ ਮੰਗਣਾ, ਮੈਂ ਤੇਰੇ ਤੋਂ ਮੰਗਣਾ ਹੈ। ਜੇ ਮੰਗਣਾ ਹੈ ਤੇ ਪਰਮੇਸ਼ਰ ਤੋਂ ਮੰਗਣਾ ਹੈ, ਪਰ ਮੰਗਣਾ ਜੁੜ ਕੇ ਹੈ, ਉਸ ਵੱਡੇ ਦੇ ਅੱਗੇ ਜੁੜਨਾ। ਹਰ ਜੇਠ ਜੁੜਨ ਦਾ ਲੋੜੀ ਹੈ, ਜਿਸ ਅੱਗੇ ਸਭਨ ਮਨ ਉਹਨੂੰ ਮੰਗੀਏ ਕਿ ਤੂੰ ਮੇਰੀ ਜ਼ਿੰਦਗੀ 'ਚ ਵਾਹਿਗੁਰੂ ਆ, ਪਰਮਾਤਮਾ ਆ, ਮੇਰੇ ਰੱਬ ਜੀ ਤੂੰ ਆ, ਜਿਹਦੇ ਅੱਗੇ ਸਾਰੇ ਸੰਸਾਰ ਦੇ ਲੋਕ ਨਿਮਾਉਂਦੇ ਨੇ, ਨਿਮ ਜਾਂਦੇ ਨੇ, ਉਹਨੂੰ ਮੰਨ ਲੈਂਦੇ ਨੇ। ਹੇ ਮੇਰੇ ਮਨਾ, ਤੂੰ ਵੀ ਫਿਰ ਐਸੇ ਦਾਤੇ ਦੇ ਕੋਲ ਜਾ ਕੇ ਉਹਦੇ ਚਰਨਾਂ ਤੇ ਟਹਿ। ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਦਿੰਦਾ ਟੋਟ ਨਾ ਆਵਈ ਗਣਤ ਭਰੇ ਭੰਡਾਰ। ਉਹ ਦਿੱਤੀ ਜਾਂਦਾ ਹੈ, ਉਹਦੇ ਖਜ਼ਾਨੇ ਵਿੱਚ ਕਦੇ ਘਾਟਾ ਨਹੀਂ ਪਿਆ। ਇਹ ਸੰਸਾਰੀ ਪਦਾਰਥਾਂ ਦਾ ਮੋਦੀਖਾਨਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਸੁਲਤਾਨਪੁਰ ਵਿੱਚ ਖੋਲ੍ਹਿਆ ਸੀ। ਜੁੜੇ ਸੀ ਨਾ, ਆਪ ਪਰਮੇਸ਼ਰ ਸੀ ਨਾ। ਪਰਮੇਸ਼ਰ ਨੇ ਆਪ ਦੁਨੀਆ ਦੇ ਵਿੱਚ ਆਣ ਕੇ 5 ਭੂਤਕ ਸਰੀਰ ਧਾਰਨ ਕਰਕੇ ਦੁਨੀਆ ਨੂੰ ਵਿਖਾਇਆ। ਜੁੜ ਕੇ ਵੇਖੋ, ਸੰਸਾਰ ਦੇ ਲੋਕ ਆਪਣੇ ਇਸ਼ਟ ਦਾਤੇ ਦੇ ਨਾਲ ਜੁੜ ਕੇ ਆਪਣਾ ਧਰਮ ਕਮਾਉਣਾ ਹੈ। ਜੋ ਮਨੁੱਖ ਇਹ ਸੁਭਾਅ, ਇਹ ਆਚਰਨ ਪੈਦਾ ਕਰਨ ਦਾ ਯਤਨ ਕਰਦਾ ਹੈ, ਉਹ ਪ੍ਰਭੂ ਨਾਲ ਜੁੜਨ ਦਾ ਯਤਨ ਕਰ ਰਿਹਾ ਹੈ। ਭਾਵ ਹਰ ਜੇਠ ਜੁੜਨ ਦਾ ਲੋੜੀ ਹੈ, ਜਿਸ ਅੱਗੇ ਸਭਨ ਵੱਲ, ਉਹਦੇ ਚਰਨਾਂ ਤੇ ਸਾਨੂੰ ਜੁੜਨਾ ਚਾਹੀਦਾ ਹੈ। ਸਾਡਾ ਇਖਲਾਕੀ ਜੀਵਨ, ਸਾਡੀ ਕੁਆਲਿਟੀ ਬਣੀ ਰਹੇ ਤੇ ਫਿਰ ਅਸੀਂ ਗੁਰੂ ਦੇ ਦਰ ਤੇ ਹੀ ਡਿੱਗਾਂਗੇ। ਕਿਸੇ ਦੁਨੀਆਦਾਰੇ ਲੋਕਾਂ ਦੇ ਅੱਗੇ ਹੱਥ ਨਹੀਂ ਅੱਡਾਂਗੇ। ਹਰ ਸੱਜਣ ਦਾਮਣ ਲੱਗਿਆ ਕਿਸੇ ਨਾ ਦੇ ਬਨ। ਹੇ ਮੇਰੇ ਸਤਿਗੁਰੂ ਦੇ ਪਿਆਰ ਵਾਲੇ ਸਤਿਗੁਰੂ ਜੀ ਦੇ ਸਿੱਖੋ, ਸਤਿਗੁਰੂ ਨੇ ਸਾਨੂੰ ਅਗਲੇ ਬਚਨ ਵਿੱਚ ਵੀ ਇਹੋ ਕੁਝ ਦੱਸਿਆ। ਜੇ ਹਰੇ ਸੱਜਣ ਦੇ ਲੜ ਲੱਗੇ ਰਹੀਏ ਤਾਂ ਉਹ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਆਉਣ ਦਿੰਦਾ। ਉਹਨੂੰ ਕਾਮ ਕ੍ਰੋਧ ਆਪਣੇ ਕਬਜ਼ੇ ਦੇ ਵਿੱਚ ਲੈ ਕੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਆਸਾ ਮਨਸਾ ਤ੍ਰਿਸ਼ਨਾ ਆਦਿਕ ਜੋ ਸਾਡੇ ਅੰਦਰ ਇਹਨਾਂ ਦਾ ਵਿਕਾਰਾਂ ਦਾ ਤੰਦੂਰ ਮਚ ਰਿਹਾ ਹੈ, ਇਹਨਾਂ ਵਕਾਰਾਂ ਦੀ ਪਕੜ ਵਿੱਚ ਫਿਰ ਅਸੀਂ ਨਹੀਂ ਆਉਂਦੇ। ਜੇ ਪਰਮੇਸ਼ਰ ਵਾਹਿਗੁਰੂ ਦੇ ਅੱਗੇ ਜੁੜ ਕੇ ਨਿਉ ਜਾਈਏ। ਹਰ ਸੱਜਣ ਹਰ ਜੇਠ ਜੁੜਨ ਦਾ ਲੋੜੀਏ, ਜਿਸ ਅੱਗੇ ਸਭ ਨਿਵਨ। ਫਿਰ ਇਹ ਵਕਾਰ ਸਾਨੂੰ ਬੰਨ੍ਹ ਕੇ ਮਗਰ ਨਹੀਂ ਲਾਉਂਦੇ, ਜਿਵੇਂ ਕਿ ਅੱਜ ਬਹੁਤੀ ਤਾਦਾਦ ਵਿੱਚ ਸੰਸਾਰ ਦੇ ਲੋਕ ਵਕਾਰਾਂ ਦੇ ਪੱਲੇ ਨਾਲ ਜੁੜ ਗਏ ਨੇ, ਵਕਾਰਾਂ ਦੇ ਪੱਲੇ ਵੱਜ ਗਏ ਨੇ। ਬਹੁਤਿਆਂ ਸੰਸਾਰ ਦੇ ਲੋਕਾਂ ਦੀਆਂ ਜਿਹੜੀਆਂ ਭਾਵਨਾ ਨੇ ਉਹ ਵਿਕਾਰ ਭੋਗਣ ਵਿੱਚ ਲੱਗੀਆਂ ਹੋਈਆਂ। ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇ ਬੰਨ, ਕੋਈ ਇਹਨੂੰ ਫਿਰ ਬੰਨ ਨਹੀਂ ਸਕਦਾ, ਕਿਸੇ ਲਾਲਚ 'ਚ ਨਹੀਂ ਬੰਨ ਸਕਦਾ। ਇਹਨੂੰ ਕਾਮ ਨਹੀਂ ਸਤਾਉਂਦਾ, ਇਹਨੂੰ ਕ੍ਰੋਧ ਨਹੀਂ ਸਤਾਉਂਦਾ, ਲੋਭ ਮੋਹ ਹੰਕਾਰ ਨਹੀਂ ਸਤਾਉਂਦੇ। ਮਾਣਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀਂ ਸਨ। ਜਿਵੇਂ ਸੰਸਾਰ ਦੇ ਅੰਦਰ ਕੀਮਤੀ ਸਮਾਨ ਦੀ ਚੋਰੀ ਹੋ ਜਾਂਦੀ ਹੈ, ਧਨ ਇਕੱਠਾ ਕਰਦਾ ਹੈ ਰਾਤ ਦਿਨੇ ਮਨੁੱਖ, ਤੇ ਨਾਲ ਇਸ ਨੂੰ ਸੰਭਾਲਣ ਦੀ ਦੌੜ ਵੀ ਲੱਗੀ। ਜਿੰਨੇ ਕੁ ਪੈਸੇ ਜੇਬ 'ਚ ਸਵੇਰ ਤੋਂ ਸ਼ਾਮ ਤੱਕ ਕਮਾਏ, ਉਹਨਾਂ ਨੂੰ ਘਰ ਲਿਆਉਣਾ, ਕਿਤੇ ਟਿਕਾਣੇ ਤੇ ਲੋਕ ਦੇ ਅੰਦਰ ਰੱਖਣਾ, ਤੇ ਕਈਆਂ ਨੂੰ ਉੱਥੇ ਵੀ ਡਾਕਾ ਵੱਜ ਜਾਂਦਾ ਹੈ ਜਿੱਥੇ ਕਮਾਈ ਦਾ ਸਾਧਨ ਹੁੰਦਾ ਹੈ। ਕੋਈ ਸਟੋਰ ਹੈ, ਕੋਈ ਬੈਂਕ ਹੈ, ਕੋਈ ਕੁਝ ਟਿਕਾਣਾ ਜਿੱਥੇ ਵੀ। ਪਰ ਇੱਕ ਜਿਹੜੇ ਪਰਮੇਸ਼ਰ ਦੇ ਨਾਮ ਵਾਲੇ ਮਾਣਕ ਮੋਤੀ ਨਾਮ ਪ੍ਰਭੂ ਦਾ ਨਾਮ ਜਿਹੜਾ ਮਾਣਕ ਮੋਤੀਆਂ ਤੋਂ ਵੀ ਮਹਿੰਗਾ ਹੈ,
ਉਨ ਲੱਗੇ ਨਾਹੀ ਸਨ ਉਹ ਮਾਣਕ ਮੋਤੀ ਜਿਹੜੇ ਇਸ ਸੰਸਾਰ ਵਿੱਚ ਵੀ ਤੇਰਾ ਮਾਣ ਉੱਚਾ ਕਰਨਗੇ। ਤੇ ਉਹ ਮਾਣਕ ਮੋਤੀ ਜੋ ਪ੍ਰਭੂ ਦਾ ਨਾਮ ਹੈ, ਉਹ ਸੰਸਾਰ ਤੋਂ ਅੱਗੇ ਲੋਕ ਸੁਖੀਏ ਕਰਕੇ ਪਰਲੋਕ ਸੁਹੇਲੇ ਕਰ ਦੇਵੇਗਾ। ਉਹ ਤੇਰੀ ਜੀਵਨ ਯਾਤਰਾ ਵਿੱਚ ਸਹਾਇਕ ਹੋਵੇਗਾ। ਰੰਗ ਸਭੇ ਨਾਰਾਇਣ ਜੇਤੇ ਮਨ ਪਾਵਨ। ਜਿੰਨੇ ਵੀ ਰੰਗ ਹਨ, ਕੁਦਰਤ ਦਾ ਹੁਕਮ, ਦੁੱਖ, ਸੁੱਖ, ਖੁਸ਼ੀ, ਗਮੀ, ਸਰਦਾਰੀਆਂ, ਬਾਦਸ਼ਾਹੀਆਂ, ਕੰਗਾਲੀਆਂ ਤੇ ਭੁੱਖਮਰੀ ਤੇ ਮਹਾਮਾਰੀਆਂ ਜਿੰਨੀਆਂ ਵੀ ਆ, ਇਹ ਸਾਰੇ ਪ੍ਰਮਾਤਮਾ ਦੇ ਰੰਗ ਹਨ। ਪ੍ਰਮਾਤਮਾ ਦੇ ਜਿਤਨੇ ਵੀ ਕੌਤਕ ਹੋ ਰਹੇ ਹਨ, ਨਾਮ ਧਨ ਦੀ ਬਰਕਤ ਨਾਲ ਉਹ ਸਾਰੇ ਮਨ ਵਿੱਚ ਪਿਆਰੇ ਲੱਗਣ ਲੱਗ ਜਾਂਦੇ ਹਨ। ਦੁੱਖ ਨਾਹੀ ਸਭ ਸੁਖ ਹੀ ਹੈ ਰਹਿ ਏਕੈ ਏਕੀ ਨੀਤੈ ਵਾਲੀ ਖੇਡ ਬਣ ਜਾਂਦੀ। ਉਹ ਦੁੱਖ ਵਿੱਚ ਵੀ ਸੁੱਖ ਮਨਾਉਂਦਾ। ਜਿਹੜੇ ਪਰਮਾਤਮਾ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਜਾਂਦੇ ਨੇ, ਹਰ ਜੇਠ ਜੁੜਨ ਦਾ ਲੋੜੀ ਹੈ, ਜਿਸ ਅੱਗੇ ਸਭ ਨੂੰ ਉਹਦੇ ਨਾਲ ਜੁੜ ਕੇ ਉਹਦੇ ਅੱਗੇ ਫਿਰ ਦੁੱਖ ਵਿੱਚ ਵੀ ਗੁਰਮੁਖ ਹੱਸੈ ਗੁਰਮੁਖ ਰੋਵੈ ਜੇ ਗੁਰਮੁਖ ਕਰੈ ਸਾਈ ਭਗਤ ਹੋਵੈ। ਗੁਰਮੁਖ ਜੇ ਰੋਂਦਾ ਹੈ ਉਹਦੇ ਵਿਛੋੜੇ ਵਿੱਚ, ਉਹਨੂੰ ਮਲਾਪ ਵਿੱਚ, ਤਾਂਗ ਵਿੱਚ, ਵਿਰਾਗ ਦੇ ਵਿੱਚ, ਤੇ ਜੋ ਹੱਸਦਾ ਹੈ ਤੇ ਉਹਦੇ ਮਲਾਪ ਵਿੱਚ। ਇਹ ਗੁਰਮੁਖ ਹੀ ਉਸ ਖੇਡ ਨੂੰ ਜਾਣਦਾ। ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ। ਇਹ ਜੋ ਵੀ ਖੇਡ ਹੈ, ਜੋ ਕੁਛ ਪ੍ਰਮਾਤਮਾ ਕਰ ਰਿਹਾ ਹੈ, ਉਸ ਮਨੁੱਖ ਦੀ ਸਮਝ ਵਿੱਚ ਆ ਜਾਂਦਾ ਹੈ, ਜਿਹੜਾ ਗੁਰੂ ਦੇ ਚਰਨਾਂ ਤੇ ਢਹਿ ਪੈਂਦਾ ਹੈ, ਗੁਰੂ ਦੇ ਨਾਲ ਜੁੜ ਜਾਂਦਾ ਹੈ। ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ। ਇਹ ਸਮਝ ਬਸ ਇੰਨੀ ਹੈ ਕਿ ਜੋ ਪ੍ਰਮਾਤਮਾ ਕਰਦਾ ਹੈ ਉਹ ਰੱਬ ਦੇ ਪਿਆਰੇ ਲੋੜਦੇ ਨੇ। ਦੁੱਖ ਮਿਲਿਆ, ਲੋੜਿਆ ਭਾਵ ਕੇ ਪ੍ਰਵਾਨ ਕਰ ਲਿਆ। ਇਹ ਮੈਨੂੰ ਦੁੱਖ ਆਉਣਾ ਹੀ ਸੀ, ਮੇਰੀ ਕਿਸਮਤ ਵਿੱਚ ਲਿਖਿਆ ਸੀ। ਹੁਕਮ ਨੂੰ ਮੰਨਦੇ ਨੇ। ਸੁੱਖ ਆਇਆ, ਖੁਸ਼ੀ ਆਈ, ਤੇ ਬਾਹਲਾ ਢੋਲ ਦਾ ਡੱਗਾ ਲਾ ਕੇ ਨਾਚ ਨਹੀਂ ਕੀਤਾ, ਨਹੀਂ ਕੀਤਾ। ਅੰਦਰ ਵੜ ਕੇ ਪ੍ਰੋਫੈਸਰ ਗੰਡਾ ਸਿੰਘ ਜੀ ਵੀ ਇੱਕ ਥਾਂ ਤੇ ਆਪਣੀ ਲਿਖਤ ਦੇ ਵਿੱਚ ਲਿਖਦੇ ਨੇ ਕਿ ਜੇ ਸੱਜਣਾ ਕਿਤੇ ਤੇਰੇ ਉੱਤੇ ਰੱਬ ਦੀ ਮਿਹਰ ਹੋਵੇ ਨਾ, ਤੇਰੇ ਘਰ ਵਿੱਚ ਗ੍ਰਹਿ ਵੇਖੇ, ਤੈਨੂੰ ਕਿਸੇ ਪ੍ਰਕਾਰ ਦੀ ਖੁਸ਼ੀ ਆਵੇ, ਤੇ ਢੋਲ ਤੇ ਡੱਗਾ ਨਾ ਲਾਵੀਂ। ਇਸ ਖੁਸ਼ੀ ਨੂੰ ਅੰਦਰ ਵੜ ਕੇ ਵਾਹਿਗੁਰੂ ਦੇ ਸ਼ੁਕਰਾਨੇ ਦੇ ਵਿੱਚ ਮਨਾ ਲਵੀਂ। ਕਿਤੇ ਤੇਰੇ ਢੋਲ ਦੇ ਡੱਗੇ ਦੀ ਆਵਾਜ਼ ਸੁਣ ਕੇ, ਜਿਹੜੀ ਬਹੁਤ ਲੰਮੇ ਸਮੇਂ ਤੋਂ ਤੇਰੇ ਗ੍ਰਹਿ ਵਿਖੇ ਗਮੀ ਛਾਈ ਹੋਈ ਸੀ, ਮਾਤਮ ਛਾਇਆ ਸੀ, ਲੋਕਾਂ ਦੀਆਂ ਖੁਸ਼ੀਆਂ ਵੇਖਦਾ ਸਾਂ ਤੇ ਆਪ ਖੁਸ਼ੀਆਂ ਨੂੰ ਤਰਸਦਾ ਸਾਂ। ਉਹ ਖੁਸ਼ੀ ਆ ਗਈ, ਕਿਤੇ ਉਹ ਸੌਂ ਗਈ ਆ, ਉਹ ਗਈ ਨਹੀਂ, ਸੁੱਤੀ ਹੈ। ਤੇ ਢੋਲ ਦੇ ਡੱਗੇ ਨਾਲ ਜੇ ਕਿਤੇ ਉਹਦੀ ਅੱਖ ਖੁੱਲ ਗਈ ਨਾ, ਇਹ ਨਾ ਹੋਵੇ ਤੇਰੀ ਖੁਸ਼ੀ ਜਿਹੜੀ ਹੈ ਉਹ ਗਮੀ ਖਾ ਜਾਵੇ, ਭਾਵ ਕਿ ਗਮੀ ਦੇ ਵਿੱਚ ਬਦਲ ਜਾਵੇ। ਭਾਣਾ ਮੰਨ ਕੇ ਅੰਦਰ ਵੜ ਕੇ ਗੁਰੂ ਦੇ ਦਰ ਤੇ ਜਾਵੀਂ, ਸ਼ੁਕਰਾਨਾ ਕਰੀ। ਇਹ ਨਾ ਹੋਵੇ ਕਿਤੇ ਕੋਈ ਐਸਾ ਭਾਣਾ ਵਾਪਰ ਜਾਵੇ, ਜਿਹੜੇ ਲੱਡੂ ਮਠਿਆਈਆਂ ਤੇ ਪਰੌਂਠੇ ਘਰ ਵਿੱਚ ਖੁਸ਼ੀਆਂ ਦੇ ਰੂਪ ਵਿੱਚ ਪੱਕ ਰਹੇ ਨੇ, ਉਹ ਕਿਤੇ ਨਾ ਹੋਵੇ ਪਸ਼ੂਆਂ ਨੂੰ ਪਾਉਣੇ ਪੈ ਜਾਣ। ਬਚੀ ਕਿਆ ਦਲੀਲ ਹੈ। ਗੁਰੂ ਦਾ ਪਿਆਰਾ ਜੋ ਵੀ ਪਰਮੇਸ਼ਰ ਕਰਦਾ ਹੈ ਉਹਨੂੰ ਲੋੜਦਾ ਹੈ, ਤੇ ਸੋਈ ਜੀ ਕਰਾਨੋ ਜੀ ਲੋਕ ਕਰਦੇ ਨੇ, ਪਰਮੇਸ਼ਰ ਦੇ ਭਾਣੇ ਨੂੰ ਮੰਨਦੇ ਨੇ। ਪਰ ਜਿਹੜੇ ਟੁੱਟੇ ਨੇ ਉਹ ਹੁਕਮ ਨਹੀਂ ਮੰਨਦੇ, ਉਹ ਰੋਂਦੇ ਨੇ। ਮਾਟੀ ਕਾ ਪੂਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਨੈ ਬੋਲੇ ਦੌੜਿਓ ਫਿਰਤ ਹੈ, ਜਬ ਕਛ ਪਾਵੇ ਤਬ गर्व करता है, माया गई तब रोन लगता है।
ਇਹ ਮਿੱਟੀ ਦਾ ਪੁਤਲਾ ਕੀ ਕਰਦਾ? ਜਿਹੜੇ ਨਹੀਂ ਸਮਝਦੇ, ਜਿਹੜੇ ਨਹੀਂ ਗੁਰੂ ਦੇ ਹੁਕਮ ਨੂੰ ਮੰਨਦੇ। ਹੁਕਮ ਨਾ ਜਾਣਾ ਹੈ ਬਹੁਤਾ ਰੋਵੈ, ਅੰਦਰ ਧੋਖਾ ਨੀਂਦ ਨਾ ਸੋਵੈ। ਜੋ ਪ੍ਰਭ ਕੀਤੇ ਆਪਣੇ, ਸੇ ਕਈਐ ਧਨ। ਹਰ ਪੰਗਤੀ ਦੀ ਬੇਮਿਸਾਲ ਵਡਿਆਈ ਹੈ। ਹਰ ਪੰਗਤੀ ਵਿੱਚ ਬੇਮਿਸਾਲ ਗਿਆਨ ਹੈ, ਜਿਸ ਦਾ ਜਵਾਬ ਕਿਸੇ ਕੋਲ ਨਹੀਂ। ਜੋ ਸਤਿਗੁਰੂ ਨੇ ਬਚਨ ਉਚਾਰਨ ਕੀਤੇ ਨੇ, ਸਦਬਹਾਰੇ ਨੇ, ਹਰ ਪ੍ਰਾਣੀ ਦੇ ਵਾਸਤੇ ਸਾਂਝੀ ਵਾਲਤਾ ਦਾ ਪ੍ਰਤੀਕ ਹੈ। ਜਿਨ੍ਹਾਂ ਬੰਦਿਆਂ ਨੂੰ ਪ੍ਰਭੂ ਨੇ ਆਪਣੀ ਸਿਫਤ ਸਲਾਹ ਦੀ ਦਾਤ ਬਖਸ਼ਿਸ਼ ਕਰਕੇ ਆਪਣੇ ਨਾਲ ਜੋੜ ਲਿਆ ਹੈ, ਭਾਵ ਕਿ ਆਪਣੀ ਬੁੱਕਲ ਵਿੱਚ ਲੈ ਲਿਆ ਹੈ। ਜੋ ਸ਼ਰਨ ਆਵੇ ਤਿਸ ਕੰਠ ਲਾਵੈ, ਇਹੋ ਬਿਰਧ ਸੁਆਮੀ ਸੰਦਾ। ਵਾਹਿਗੁਰੂ ਦਾ ਸੁਭਾਅ ਬੜਾ ਦਿਆਲੂ ਹੈ। ਹਰ ਜੇਠ ਜੁੜਨ ਦਾ ਲੋੜੀ ਹੈ, ਜਿਸ ਅੱਗੇ ਸਭ ਨੂੰ ਮਨ। ਜਿਹਦੇ ਅੱਗੇ ਸਾਰੇ ਨਿਉਂਦੇ ਨੇ, ਜੇ ਉਸ ਅੱਗੇ ਅਸੀਂ ਵੀ ਨਿਉਂਜ ਗਏ ਤੇ ਸਤਿਗੁਰੂ ਦੇ ਸੁਭਾਅ ਨੂੰ ਸੁਣੋ। ਸਾਹਿਬ ਜੀ ਦਾ ਸੁਭਾਅ ਹੈ ਕਿ ਵਾਹਿਗੁਰੂ ਜਿਨ੍ਹਾਂ ਨੂੰ ਫਿਰ ਆਪਣੇ ਬਣਾ ਲੈਂਦਾ ਹੈ, ਉਹਨਾਂ ਨੂੰ ਇਸ ਜਗਤ ਦੇ ਵਿੱਚ ਵੀ ਤੇ ਅੱਗੇ ਵੀ ਸ਼ਾਬਾਸ਼ੀ ਮਿਲਦੀ ਹੈ, ਸ਼ਾਬਾਸ਼ੀ ਮਿਲਦੀ ਹੈ। ਐਸੀ ਵਡਿਆਈ ਕਹੋ ਨਾਨਕ ਸੋਈ ਨਰ ਗਰੂਆ, ਜੋ ਪ੍ਰਭ ਕੇ ਗੁਣ ਗਾਵੇ। ਉਹ ਰੱਬ ਦੇ ਦਰ ਤੇ ਇਸ ਮਾਤਲੋਕ ਦੇ ਵਿੱਚ ਵੀ ਆਦਰ ਪਾਉਂਦਾ ਹੈ, ਜੋ ਪ੍ਰਭੂ ਦੇ ਗੁਣ ਗਾਉਂਦਾ ਹੈ। ਆਪਣ ਲੀਆ ਜੇ ਮਿਲੈ, ਵਿਛੜ ਕਿਉਂ ਰੋਵਨ। ਆਪਣੇ ਆਪ ਜੇ ਬੰਦੇ ਦੀ ਤਾਕਤ, ਇਸ ਜੀਵ ਮਨੁੱਖ ਦੀ ਤਾਕਤ ਹੋਵੇ ਤੇ ਉਸ ਰੱਬ ਨੂੰ ਮਿਲਿਆ ਜਾ ਸਕੇ, ਤੇ ਫਿਰ ਇਹ ਵਿਛੜੇ ਹੀ ਕਦੇ ਨਾ, ਫਿਰ ਰੋਵੇ ਨਾ। ਇਹਦੇ ਕੋਲ ਆਪਣੇ ਆਪ ਤਾਕਤ ਨਹੀਂ ਹੈ ਉਸ ਰੱਬ ਨੂੰ ਮਿਲਣ ਦੀ। ਇੱਥੋਂ ਸਾਨੂੰ ਇਸ ਪੰਗਤੀ ਤੋਂ ਇਸ਼ਾਰਾ ਮਿਲਦਾ ਹੈ ਕਿ ਤੂੰ ਸਤਿਪੁਰਖਾਂ ਦੀ ਸੰਗਤ ਕਰਿਆ ਕਰ। ਤੈਨੂੰ ਸਾਧੂ ਜਨਾਂ ਦੀ ਸੰਗਤ ਦੀ ਲੋੜ ਹੈ, ਰੱਬ ਦੇ ਪਿਆਰੇ ਮਨੁੱਖਾਂ ਦੀ ਲੋੜ ਹੈ। ਉਹ ਕੌਣ ਨੇ? ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ। ਜਿਨ੍ਹਾਂ ਦੇ ਸਵਾਸ ਵਿੱਚ ਪਰਮੇਸ਼ਰ ਦਾ ਨਾਮ, ਇਹ ਉਹਨਾਂ ਵਾਲੇ ਬੰਨੇ ਇਸ਼ਾਰਾ ਹੈ। ਜੇ ਭਾਈ ਆਪਣੇ ਆਪ ਆਪਣੇ ਉਦਮ ਦੇ ਨਾਲ ਪਰਮੇਸ਼ਰ ਮਿਲਦਾ ਹੋਵੇ, ਤਾਂ ਇਹ ਜੀਵ ਕਦੇ ਸੰਸਾਰ ਦੇ ਅੰਦਰ ਦੁਖੀ ਨਾ ਹੋਣ। ਜਦੋਂ ਮਰਜੀ ਆਵਾਜ਼ ਮਾਰਨ ਕਿ ਆ ਦੁੱਖ ਹੈ, ਸਮੂਲੀਅਤ ਕਰੋ, ਆਓ, ਪਰ ਨਹੀਂ। ਗੁਰੂ ਸਾਹਿਬ ਜੀ ਨੇ ਜੋ ਹਰ ਦਾਸਣ ਕੀ ਉਸਤਤ ਹੈ, ਸਾ ਹਰ ਕੀ ਵਡਿਆਈ। ਹਰ ਆਪਣੀ ਵਡਿਆਈ ਭਾਮ ਦੀ, ਜਨ ਕਾ ਜੈਕਾਰ ਕਰਾਈ। ਜਿਨ੍ਹਾਂ ਨਾ ਵਿਸਰੇ ਨਾਮ ਸੇਕ ਨੇਹਾ, ਭੇਦ ਨਾ ਜਾਣੋ ਮੂਲ ਸਾਈਂ ਜਿਹਾ। ਉਹਨਾਂ ਦੀ ਵਡਿਆਈ ਵੀ ਕਰਵਾ ਦਿੱਤੀ। ਜਾ ਭਾਈ, ਜੇ ਪ੍ਰਮਾਤਮਾ ਨੂੰ ਪਾਉਣਾ ਹੀ, ਰੱਬ ਨੂੰ ਲੱਭਣਾ ਹੀ, ਤੇ ਤੂੰ ਗੁਰਸਿੱਖਾਂ ਦੀ ਸੰਗਤ ਕਰਿਆ ਕਰ। ਤੈਨੂੰ ਉੱਥੋਂ ਗਿਆਨ ਉਪਦੇਸ਼ ਮਿਲੇਗਾ। ਉਹ ਜੀਵਨ ਵਿੱਚ ਧਾਰ ਕੇ, ਹਿਰਦੇ ਰੂਪੀ ਭਾਂਡਾ ਭਰ ਕੇ ਆਪਣੇ ਜੀਵਨ ਵਿੱਚ ਰੱਖ ਲਵੀਂ, ਤੇ ਫਿਰ ਸਹਿਜੇ ਸਹਿਜੇ ਰੰਗ ਲਾਗਤ ਹੈ ਤੇਰੀ ਜ਼ਿੰਦਗੀ ਦੇ ਵਿੱਚ। ਰੰਗ ਲੱਗਦਿਆਂ ਲੱਗ ਜਾਵੇਗਾ। ਕੁਛ ਐਸੇ ਲੋਕ ਵੀ ਸੰਸਾਰ ਅੰਦਰ ਪੈਦਾ ਹੋਏ ਹੈ, ਜਿਹੜੇ ਪਰਮੇਸ਼ਰ ਦੇ ਨਾਲ ਧੁਰੋਂ ਹੀ ਜੁੜੇ ਆਏ ਨੇ। ਧੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ। ਧੁਰੋਂ ਹੀ ਕਰਮ ਉਹਨਾਂ ਨੇ ਬਣਾਇਆ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ। ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਧੁਰੋਂ ਹੀ ਵਾਹਿਗੁਰੂ ਦਾ ਪ੍ਰਕਾਸ਼, ਵਾਹਿਗੁਰੂ ਵਰਗੇ ਗੁਣ, ਵਾਹਿਗੁਰੂ ਵਰਗਾ ਪਿਆਰ, ਵਾਹਿਗੁਰੂ ਵਰਗਾ ਸੁਭਾਅ ਬੇਅੰਤ ਪਦਾਰਥ ਨਾਲ ਲੈ ਕੇ ਆਏ ਨੇ।
ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਣਨ। हे ਨਾਨਕ ਇਹ ਬਚਨ ਆਖ ਤੁਮੀ। ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਮ ਦੀ ਇਸ ਸ਼ਬਦ ਵਿੱਚ, ਇਸ ਪੌੜੀ ਵਿੱਚ ਸਤਿਗੁਰਾਂ ਨੇ ਮੋਹਰ ਲਾਈ ਹੈ ਤੇ ਮਾਣ ਆਪਣੇ ਸਤਿਗੁਰੂ ਨੂੰ ਬਖਸ਼ਦੇ ਹੈ। ਪ੍ਰਭੂ ਦੇ ਮਿਲਾਪ ਦੇ ਵਾਸਤੇ ਤੂੰ ਉਦਮ ਕਰ, ਤੈਨੂੰ ਉਹ ਆਨੰਦ, ਉਹੀ ਬਰਕਤ, ਉਹੀ ਰਹਿਮਤ, ਉਹੀ ਪਿਆਰ ਮਿਲੇਗਾ। ਤੂੰ ਉਦਮ ਕਰ। ਉਹ ਬੰਦੇ ਇਹੋ ਹੀ ਉਦਮ ਕਰਕੇ ਉਹ ਪ੍ਰਮਾਤਮਾ ਦਾ ਸਾਥ ਪ੍ਰਾਪਤ ਕਰਕੇ ਪ੍ਰਮਾਤਮਾ ਵਿੱਚ ਮਿਲ ਜਾਂਦੇ ਨੇ। ਜਿਉ ਜਲ ਮਹਿ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ। ਤੂੰ ਉਦਮ ਕਰ ਉਸ ਆਨੰਦ ਨੂੰ ਮਾਣਨ ਵਾਸਤੇ ਤੇ ਰੱਬ ਨੂੰ ਮੰਗ, ਪ੍ਰਮਾਤਮਾ ਨੂੰ ਮੰਗ। ਤੇ ਉਹ ਪ੍ਰਮਾਤਮਾ ਨੂੰ ਜਦੋਂ ਤੂੰ ਮੰਗੇਗਾ ਨਾ ਤੇ ਪ੍ਰਮਾਤਮਾ ਤੈਨੂੰ ਸਾਰੇ ਸੁੱਖ ਦੇ ਦੇਵੇਗਾ। ਹਰ ਜੇਠ ਜੁੜਨ ਦਾ ਲੋੜੀ ਹੈ, ਉਹਦੇ ਨਾਲ ਜੁੜ, ਉਹਨੂੰ ਲੋੜ, ਉਹਨੂੰ ਮੰਗ। ਜਿਸ ਦੇ ਅੱਗੇ ਸਾਰੇ ਸੰਸਾਰ ਦੇ ਲੋਕ ਨਿਉ ਜਾਂਦੇ ਨੇ, ਨਿਵ ਰਹੇ ਨੇ, ਉਹਦੇ ਅੱਗੇ ਨਿਮਣਾ ਹੀ। ਜਿਸ ਠਾਕਰ ਸਿਉ ਨਾਹੀ ਚਾਰਾ, ਤਾਂ ਕੋ ਕੀਜੈ ਸਦ ਨਮਸਕਾਰਾ। ਵਾਹਿਗੁਰੂ ਦੇ ਅੱਗੇ ਨਿਮਣ ਤੋਂ ਬਿਨਾ, ਝੁਕਣ ਤੋਂ ਬਿਨਾ ਹੋਰ ਕੋਈ ਇਸ ਮਨੁੱਖ ਦਾ ਆਧਾਰ ਕਰ ਹੀ ਨਹੀਂ ਸਕਦਾ ਤੇ ਮਨੁੱਖ ਦੇ ਜੀਵਨ ਵਾਸਤੇ ਕੋਈ ਹੋਰ ਆਸਰਾ ਵੀ ਨਹੀਂ ਹੈ। ਕੋਈ ਆਸਰਾ ਨਹੀਂ। ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ। ਜੋ ਵਾਹਿਗੁਰੂ ਨੂੰ ਲੋੜਦਾ ਹੈ, ਇਸ ਸੰਸਾਰ ਦੇ ਜੀਵ ਉਹ ਕੁਛ ਕਰਦੇ ਆ, ਉਹ ਕੁਛ ਕਰਦੇ ਆ। ਹੁਕਮ ਹੈ ਅੰਦਰ ਸਭ ਕੋ ਬਾਹਰ, ਹੁਕਮ ਨਾ ਕੋਈ। ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ। ਸਾਰਾ ਸੰਸਾਰ ਉਹਦੇ ਹੁਕਮ ਵਿੱਚ ਹੈ। ਜਿਸ ਮਾਦੀ ਕੌਤਕ ਹੋ ਰਿਹਾ ਹੈ, ਖੇਡ ਹੋ ਰਹੀ ਹੈ, ਅਸੀਂ ਉਸ ਦੇ ਹੁਕਮ ਨੂੰ ਮੰਨੀਏ, ਆਪਣੇ ਅਖਲਾਕੀ ਜੀਵਨ ਦੀ ਰਾਖੀ ਆਪ ਕਰੀਏ ਤੇ ਸਮੂਲੀਅਤ ਪਰਮੇਸ਼ਰ ਆਪ ਕਰਕੇ ਆਪਣੇ ਸਿੱਖ ਨੂੰ ਮਹਾਨ ਬਣਾਉਣਾ ਚਾਹੁੰਦਾ ਹੈ। ਇਹਨਾਂ ਪਿਆਰੇ ਸ਼ਬਦਾਂ ਦੇ ਰਾਹੀਂ, ਪਿਆਰੇ ਬੋਲਾਂ ਦੇ ਰਾਹੀਂ ਸਤਿਗੁਰੂ ਨੇ ਸਾਨੂੰ ਉਦਮੀ ਬਣਾਉਣ ਵਾਸਤੇ, ਗੁਰੂ ਦੇ ਨਾਲ ਜੁੜ ਕੇ ਗੁਰੂ ਅੱਗੇ ਨਿਉਣ ਵਾਸਤੇ ਸਾਨੂੰ ਸੋਹਣੀ ਦਲੀਲ, ਸੋਹਣੀ ਵਿਚਾਰ ਦਿੱਤੀ ਹੈ। ਜੇ ਕਿਤੇ ਸਾਡੀ ਜੀਵਨ ਸ਼ੈਲੀ ਦੇ ਵਿੱਚ, ਭਾਵ ਕਿ ਸਾਡੇ ਜੀਵਨ ਦੇ ਸੁਭਾਅ ਵਿੱਚ ਇਹ ਪਿਆਰੇ ਮਿੱਠੜੇ ਬੋਲ, ਗਿਆਨ ਵਾਲੇ ਬੋਲ, ਸਾਡੇ ਜੀਵਨ ਨੂੰ ਸੋਹਣਾ ਬਣਾਉਣ ਵਾਲੇ ਬੋਲ ਵਸ ਜਾਣ ਤੇ ਜੋ ਸਤਿਗੁਰੂ ਜੀ ਨੇ ਇਹਨਾਂ ਬਚਨਾਂ ਦੇ ਵਿੱਚ ਉਪਦੇਸ਼ ਸਾਨੂੰ ਧਾਰਨ ਕਰਵਾਇਆ ਹੈ, ਵਾਕਿਆ ਹੀ ਅਸੀਂ ਇੰਨੇ ਮਹਾਨ ਸੋਹਣੇ ਅਖਲਾਕੀ ਜੀਵਨ ਦੇ ਮਾਲਕ ਬਣ ਸਕਦੇ ਹਾਂ। ਆਓ ਮੇਰੇ ਸਤਿਗੁਰੂ ਦੇ ਪਿਆਰ ਵਾਲੇ ਗੁਰਸਿੱਖੋ, ਆਪਾਂ ਮਿਲ ਕਰਕੇ ਇਕੱਠੇ ਹੋ ਕੇ ਉਹਨਾਂ ਰੱਬ ਦੇ ਪਿਆਰਿਆਂ ਦਾ ਸੰਗ ਕਰੀਏ, ਗੁਰੂ ਦੀ ਸੰਗਤ ਵਿੱਚ ਜਾਈਏ, ਗੁਰੂ ਦੇ ਸ਼ਬਦ ਨੂੰ ਹਿਰਦੇ ਕੰਠ ਵਿੱਚ ਧਾਰਨ ਕਰਕੇ ਸਵਾਸਾਂ ਦੀ ਮਾਲਾ ਬਣਾਈਏ ਤੇ ਇਹ ਜਿਹੜੇ ਬੋਲ ਅਸਾਂ ਸਰਵਣ ਕੀਤੇ ਆ ਸਤਿਗੁਰੂ ਜੀ ਦੇ ਪਾਸੋਂ, ਇਹ ਸਾਡੀ ਜ਼ਿੰਦਗੀ ਵਿੱਚ ਜੇ ਕਿਤੇ ਆ ਜਾਣ, ਅਸੀਂ ਧਾਰਨ ਕਰ ਲਈਏ ਤੇ ਸੱਚਮੁੱਚ ਸਾਡਾ ਜੀਵਨ ਸ਼ੁਭ ਗੁਣੀ ਹੋ ਕੇ, ਆਦਰ ਵਾਲਾ ਬਣ ਕੇ ਪ੍ਰਭੂ ਦੇ ਦਰ ਤੇ ਪ੍ਰਵਾਨਗੀ ਲੈ ਸਕਦਾ ਹੈ। ਕਲ ਮੈਂ ਮੁਕਤ ਨਾਮ ਤੇ ਪਾਵਤ, ਗੁਰ ਜੈ ਭੇਦ ਬਤਾਵੈ, ਕਹੋ ਨਾਨਕ ਸੋਈ ਨਰ ਗਰੂਆ, ਜੋ ਪ੍ਰਭ ਕੇ ਗੁਣ ਗਾਵੇ। ਇੰਨੀਆਂ ਕੁ ਬੇਨਤੀਆਂ ਨੂੰ ਪ੍ਰਵਾਨ ਕਰਿਓ। ਬੇਅੰਤ ਭੁੱਲਾਂ ਦੀ ਮਾਫੀ ਦੇਣਾ ਜੀ। ਬੁਲਾਈਏ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।